पंजाब की आर्थिक जिहड़ी घेराबंदी आपां कह सकते हैं केंद्र सरकार दे वल्लों करनी शुरू हो गई है। जिस तरीके दे नाल 1050 करोड़ रुपया केंद्र सरकार दे वल्लों पंजाब दा रोकिया गया, तुसीं किवें देखदे हो? एक पासे तां पहिलां ही पंजाब दे लोक किसान हर वर्ग केंद्र सरकार तो दुखी है ते दूजे पासे एक तरीके नाल खिजाउण वाला कदम आपां कह सकते हैं केंद्र सरकार दा है। रूरल डिवेलपमेंट फंड जिहड़ा है जिहड़ा साडा पिंड दा इंफ्रास्ट्रक्चर है जिहड़ी उस दे वास्ते 3% ऑफ द लेविड चार्जेस सानू जिहड़े केंद्र सरकार वालों मिलते सीगे रबी और खरीफ सीजन दोनों दे विच झोने वास्ते तकरीबन 1000 करोड़ और कणक या वीट वास्ते 750 करोड़ हर साल जिहड़े है वो मिलते रहे हैं। केंद्र सरकार का यह कहना कि असीं आरजी तौर पर रोकिया क्योंकि असीं ये जानना चाहते हैं कि इन्हां दी जिहड़ी खर्च है या इन्हां दी जिहड़ी यूटिलाइजेशन है वो सही भी हो रही है कि नहीं हो रही, क्योंकि उन्हां दा कहना कि सानू ये रिपोर्टां मिलदियां कि इन्हां नू डाइवर्ट किया गया, यानी जिस काम लई खर्चे जाने चाहिए सी उस काम लई उन्हां नू खर्चा नहीं जाता। ना सिर्फ पंजाब बट कई राज सरकारां जिहड़ियां हैगियां वो जिहड़ी इस तरह की कोई ग्रांट जाती है उन्होंने या जिहड़े फंड्स जाते हैं केंद्र तो जिस हैड दे विच जाते हैं उस नूं उहदे मुताबिक यूटिलाइज नहीं करते। पंजाब नूं एक तां फंड जिहड़ी है केंद्र सरकार दिंदी RDF, दूसरा जिहड़ी साडी मंडी बोर्ड की फीस काफ़ी यूज़ हुंदी है। सारा पंजाब जानदा है कि मंडी बोर्ड की फीस जिहड़ी सानूं मिलदी है उहदे ते पंजाब सरकार ने कर्जा चक के अपने जिहड़े दूसरे खर्चे वो पूरे कीते हैं। जिस तरीके दे नाल किसानां दे वल्लों वड्डे पੱਧਰ ते संघर्ष विढ़िया गया उन्हां किसानां नूं दबाउण दे लई उन्हां दे विच दहशत पैदा करन दे लई कि जेकर तुसीं साडे कहे दे उपर साडा कानून ना मन्निया, जेकर तुसीं ये अपना संघर्ष खत्म ना कीता तां असीं होर भी सख्त एक्शन लै सकदे हां। यही जताउण तां नहीं किते ਇਹ ਕੱਲੇ ਪੰਜਾਬ ਦੇ ਸੰਦਰਭ 'ਚ ਨਹੀਂ ਕੀਤਾ ਜਾ ਸਕਦਾ, ਜਾਣਾ ਚਾਹੀਦਾ ਸੀ ਸਾਰੇ ਹਿੰਦੁਸਤਾਨ ਦੀਆਂ ਜਿਹੜੇ ਡਿਫਰੈਂਟ ਸਟੇਟਸ ਹੈ, ਈਵਨ BJP ਰੂਲ ਸਟੇਟ ਉਹਨਾਂ ਦੇ ਵੀ ਜਿਹੜਾ ਹੈ ਉਸ ਤਰ੍ਹਾਂ ਦਾ ਕਈ ਕੁਝ ਲੱਭੂਗਾ। ਕਰਪਸ਼ਨ ਦੇ ਚਾਰजेस ਮੱਧ ਪ੍ਰਦੇਸ਼ ਸਰਕਾਰ ਤੇ ਜਾਂ ਜਿੱਥੇ ਹੋਰ NDA ਦੀ ਸਰਕਾਰ ਹੈ, ਬਿਹਾਰ ਹੈ, ਦੂਸਰੀ ਹੈ, UP ਦੇ ਵਿੱਚ ਖਾਸ ਤੌਰ ਤੇ ਬਹੁਤ ਲੱਗਦੇ ਨੇ। ਪੰਜਾਬ ਭਾਜਪਾ ਦੇ ਵੱਡੇ ਲੀਡਰ ਨੇ ਮਦਨ ਮੋਹਨ ਮਿੱਤਲ, ਉਹਨਾਂ ਦੇ ਵੱਲੋਂ ਬਿਆਨ ਦੇ ਦਿੱਤਾ ਗਿਆ, ਕਹਿੰਦੇ ਕਿ ਜਿਹੜੇ ਇਹ ਲੋਕ ਬੈਠੇ ਨੇ ਧਰਨੇ ਦੇ ਉੱਪਰ ਇਹ ਉਹਨਾਂ ਨੇ ਕਹਿਤਾ ਕਿ ਉਹ ਕਿਸਾਨ ਹੀ ਹੈ ਨਹੀਂਗੇ। ਉਹ ਕਹਿੰਦੇ ਕਿਸਾਨ ਤਾਂ ਜਾਂ ਖੇਤਾਂ 'ਚ ਤੇ ਜਾਂ ਫਿਰ ਮੰਡੀਆਂ 'ਚ। ਖੇਤੀਬਾੜੀ ਦੇ ਬਿੱਲ ਦੇ ਵਿੱਚ ਅਸਲ ਦੇ ਵਿੱਚ ਕੀ ਹੈ ਉਹ ਇੱਕ ਅਲੱਗ ਮੁੱਦਾ ਹੈ, ਲੇਕਿਨ ਜਿਸ ਤਰੀਕੇ ਨਾਲ ਉਹਨਾਂ ਨੂੰ ਕਾਹਲੀ ਦੇ ਨਾਲ ਇੱਕ ਤੁਸ ਦੇ ਕੇ ਪਾਸ ਕਰਵਾਇਆ ਗਿਆ, ਖਾਸ ਤੌਰ ਤੇ ਰਾਜ ਸਭਾ ਦੇ ਵਿੱਚ ਬਾਅਦ ਦੇ ਵਿੱਚ ਜੋ ਹੋਇਆ, ਸੋ ਲੋਕਾਂ ਦੇ ਜਿਹੜੇ ਡਰ ਹੈ ਜਾਂ ਲੋਕਾਂ ਦੇ ਜਿਹੜੇ ਖਦਸ਼ੇ ਹੈ ਉਹ ਇਸ ਸਰਕਾਰ ਦੀ ਤਰੀਕਾਕਾਰ ਦੇ ਉੱਤੇ ਹੈ। ਕੈਪਟਨ ਨੇ ਵੀ ਇਹ ਗੱਲ ਕਹਿਤੀ ਸੀ ਕਿ ਕਿਸਾਨ ਜੇਕਰ ਸੰਘਰਸ਼ ਕਰਦੇ ਨਹੀਂ ਤਾਂ ਉਹਨਾਂ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਪਰਚਾ ਨਾ ਦਰਜ ਕੀਤਾ ਜਾਵੇ। ਤਾਂ ਵਾਰ-ਵਾਰ ਸੰਘਰਸ਼ ਵਧਦਾ ਜਾ ਰਿਹਾ ਹੈ, ਪਰ ਕੇਂਦਰ ਸਰਕਾਰ ਦੇ ਕੰਨ ਦੇ ਉੱਪਰ ਜੂੰ ਨਹੀਂ ਸਰਕ ਰਹੀ। ਉਹਨਾਂ ਦੇ ਵੱਲੋਂ ਅਜਿਹੇ ਬਿਆਨ ਦਿੱਤੇ ਜਾਣੇ ਕਿਤੇ ਨਾ ਕਿਤੇ ਕਿਸਾਨਾਂ ਨੂੰ ਉਕਸਾ ਨਹੀਂ ਰਿਹਾ ਕੁਝ ਅਜਿਹਾ ਕਦਮ ਚੱਕਣ ਦੇ ਲਈ ਜਿਨ੍ਹਾਂ ਦੇ ਨਾਲ ਹਾਲਾਤ ਅਜਿਹੇ ਬਣ ਜਾਣ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਸਟੇਟ ਨੂੰ, ਸਰਕਾਰ ਨੂੰ ਇਸ ਨੂੰ ਸੁਣਨਾ ਪਏਗਾ। ਇਹ ਚੰਗੀ ਗੱਲ ਹੈ ਕਿ ਉਹ ਪਹਿਲਾਂ ਸੁਣ ਲੈਣ ਜਾਂ ਫਿਰ ਨੁਕਸਾਨ ਕਰਾ ਕੇ ਕੋਈ ਇਸ ਤਰ੍ਹਾਂ ਦੀ ਮਾੜੀ ਘਟਨਾ ਵਾਪਰ ਜਾਏ ਫਿਰ ਸੁਣਿਆ ਜਾਵੇ। ਰੋਜ਼ਾਨਾ ਲੋਕਨਾਦ TV ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਇਸ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਗੱਲਬਾਤ ਕਰਾਂਗੇ ਪੰਜਾਬ ਤੇ ਭਾਰਤ ਦੇ ਪੱਖ ਦੇ ਮੁੱਦਿਆਂ ਤੇ ਹਮੇਸ਼ਾ ਦੀ ਤਰ੍ਹਾਂ ਇਹਨਾਂ ਮੁੱਦਿਆਂ ਦੇ ਉੱਪਰ ਗੱਲਬਾਤ ਕਰਨ ਲਈ ਮੇਰੇ ਨਾਲ ਮੌਜੂਦ ਰਹਿਣਗੇ ਪ੍ਰੋਫੈਸਰ PS ਭੋਗਲ ਸਾਹਿਬ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਭੋਗਲ ਸਾਹਿਬ, ਸਵਾਗਤ ਹੈ ਪ੍ਰੋਗਰਾਮ 'ਚ। ਥੈਂਕ ਯੂ ਸੁਖਵਿੰਦਰ। ਸੁਣਾਓ ਕੀ ਹਾਲ ਚਾਲ ਹੈ ਤੁਹਾਡਾ ਔਰ ਪੰਜਾਬ ਦਾ ਕੀ ਹਾਲ ਹੈ? ਬਹੁਤ ਵਧੀਆ ਜੀ। ਪੰਜਾਬ ਦਾ ਮੇਰਾ ਤਾਂ ਠੀਕ ਹੈ, ਪੰਜਾਬ ਦਾ ਤੁਹਾਨੂੰ ਪੁੱਛਣਾ ਆਇਆ ਵੀ ਕਿ ਕਿਵੇਂ ਰਹੂਗਾ ਪੰਜਾਬ ਦਾ ਤੇ ਕੀ ਕੁਝ ਚੱਲ ਰਿਹਾ। ਤੁਸੀਂ ਅਕਸਰ ਕਾਫੀ ਜਗ੍ਹਾ ਤੇ ਜਾਂਦੇ ਹੋ, ਮੈਂ ਤਾਂ ਲੁਧਿਆਣੇ ਬੈਠ ਕੇ ਵਾਚ ਕਰਦਾ ਮੀਡੀਆ ਨੂੰ ਜਾਂ ਦੂਸਰੇ ਚੈਨਲਸ ਤੋਂ। ਨਜ਼ਰ ਪੰਜਾਬ ਤੇ ਰਹਿੰਦੀ ਹੈ ਨਾ, ਤਾਂ ਹੀ ਇਸ ਕਰਕੇ ਮੈਂ ਤੁਹਾਨੂੰ ਪੁੱਛ ਰਿਹਾ ਕਿ ਤੁਹਾਡਾ ਹਾਲ ਤੁਸੀਂ ਕੀ ਪੰਜਾਬ ਦਾ ਹਾਲ ਦੱਸਦੇ ਹੋ। ਮੈਂ ਤਾਂ ਚਲੋ ਜੋ ਤੁਹਾਨੂੰ ਦੱਸਾਂਗਾ ਹੀ। ਤਾਂ ਸਭ ਤੋਂ ਪਹਿਲਾਂ ਭੋਗਲ ਸਾਹਿਬ ਗੱਲਬਾਤ ਕਰਾਂਗੇ ਕਿ ਜਿਸ ਤਰੀਕੇ ਦੇ ਨਾਲ ਹੁਣ ਪੰਜਾਬ ਦੀ ਆਰਥਿਕ ਜਿਹੜੀ ਘੇਰਾਬੰਦੀ ਆਪਾਂ ਕਹਿ ਸਕਦੇ ਹਾਂ ਕੇਂਦਰ ਸਰਕਾਰ ਦੇ ਵੱਲੋਂ ਕਰਨੀ ਸ਼ੁਰੂ ਹੋ ਗਈ ਹੈ। ਜਿਸ ਤਰੀਕੇ ਦੇ ਨਾਲ 1050 ਕਰੋੜ ਰੁਪਇਆ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਦਾ ਰੋਕਿਆ ਗਿਆ, ਤੁਸੀਂ ਕਿਵੇਂ ਦੇਖਦੇ ਹੋ? ਇੱਕ ਪਾਸੇ ਤਾਂ ਪਹਿਲਾਂ ਹੀ ਪੰਜਾਬ ਦੇ ਲੋਕ ਕਿਸਾਨ ਹਰ ਵਰਗ ਕੇਂਦਰ ਸਰਕਾਰ ਤੋਂ ਦੁਖੀ ਹੈ ਤੇ ਦੂਜੇ ਪਾਸੇ ਇੱਕ ਤਰੀਕੇ ਨਾਲ ਖਿਜਾਉਣ ਵਾਲਾ ਕਦਮ ਆਪਾਂ ਕਹਿ ਸਕਦੇ ਹਾਂ ਕੇਂਦਰ ਸਰਕਾਰ ਦਾ। ਹਾਂ, ਇਹ ਖਬਰਾਂ ਬੜੀਆਂ ਡਿਸਟਰਬਿੰਗ ਹੈ ਕਿ ਰੂਰਲ ਡਿਵੈਲਪਮੈਂਟ ਫੰਡ ਜਿਹੜਾ ਸਾਡਾ ਪਿੰਡ ਦਾ ਇੰਫਰਾਸਟ੍ਰਕਚਰ ਹੈ ਜਿਹੜੀ ਉਸ ਦੇ ਵਾਸਤੇ 3% ਆਫ ਦੀ ਲੈਵਿਡ ਚਾਰजेस ਸਾਨੂੰ ਜਿਹੜੇ ਕੇਂਦਰ ਸਰਕਾਰ ਵੱਲੋਂ ਮਿਲਦੇ ਸੀਗੇ ਰਬੀ ਔਰ ਖਰੀਫ ਸੀਜ਼ਨ ਦੋਨਾਂ ਦੇ ਵਿੱਚ। ਝੋਨੇ ਵਾਸਤੇ ਤਕਰੀਬਨ 1000 ਕਰੋੜ ਔਰ
ਕਣਕ ਜਾਂ ਵੀਟ ਵਾਸਤੇ 750 ਕਰੋੜ ਹਰ ਸਾਲ ਜਿਹੜੇ ਹੈ ਉਹ ਮਿਲਦੇ ਰਹੇ ਹੈ। ਉਹਨਾਂ ਨੂੰ ਕੇਂਦਰ ਸਰਕਾਰ ਦਾ ਇਹ ਕਹਿਣਾ ਕਿ ਅਸੀਂ ਆਰਜ਼ੀ ਤੌਰ ਤੇ ਰੋਕਿਆ, ਕਿਉਂਕਿ ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਇਹਨਾਂ ਦੀ ਜਿਹੜੀ ਖਰਚ ਹੈ ਜਾਂ ਇਹਨਾਂ ਦੀ ਜਿਹੜੀ ਯੂਟਿਲਾਈਜੇਸ਼ਨ ਹੈ ਉਹ ਸਹੀ ਵੀ ਹੋ ਰਹੀ ਹੈ ਕਿ ਨਹੀਂ ਹੋ ਰਹੀ, ਕਿਉਂਕਿ ਉਹਨਾਂ ਦਾ ਕਹਿਣਾ ਕਿ ਸਾਨੂੰ ਇਹ ਰਿਪੋਰਟਾਂ ਮਿਲਦੀਆਂ ਕਿ ਇਹਨਾਂ ਨੂੰ ਡਾਇਵਰਟ ਕੀਤਾ ਗਿਆ, ਯਾਨੀ ਜਿਸ ਕੰਮ ਲਈ ਇਹ ਖਰਚੇ ਜਾਣੇ ਚਾਹੀਦੇ ਸੀ ਉਸ ਕੰਮ ਲਈ ਉਹਨਾਂ ਨੂੰ ਖਰਚਿਆ ਨਹੀਂ ਜਾਂਦਾ। ਤੇ ਇਹ ਜਿਹੜੀ ਸ਼ਿਕਾਇਤ ਹੈ ਕੇਂਦਰ ਸਰਕਾਰ ਦੀ, ਇਹ ਵੀ ਪਹਿਲੀ ਵਾਰੀ ਨਹੀਂ ਲੱਗੀ। ਤੁਹਾਨੂੰ ਜੇ ਯਾਦ ਹੋਵੇ, ਜਦੋਂ ਅਰੁਣ ਜੇਟਲੀ ਅੰਮ੍ਰਿਤਸਰ ਦਾ ਇਲੈਕਸ਼ਨ ਹਾਰ ਕੇ ਬਾਅਦ ਦੇ ਵਿੱਚ ਖਜ਼ਾਨਾ ਮੰਤਰੀ ਬਣੇ ਸੀ ਭਾਰਤ ਦਾ ਸਰਕਾਰ ਦੇ, ਉਦੋਂ ਉਹਨਾਂ ਨੇ ਵੀ ਜਿਹੜਾ ਹੈ ਕੁਛ ਜਿਹੜੀਆਂ ਗਵਰਨਮੈਂਟ ਆਫ ਪੰਜਾਬ ਦੇ ਜਿਹੜੇ ਕੇਂਦਰ ਵੱਲੋਂ ਡਿਊਜ਼ ਆਉਣੇ ਸੀਗੇ, ਜਿਹੜਾ ਉਹਨਾਂ ਨੂੰ ਉਹਨਾਂ ਦਾ ਬਣਦਾ ਸ਼ੇਅਰ ਆਉਣਾ ਸੀ, ਉਹਨਾਂ ਨੇ ਉਦੋਂ ਕਿਹਾ ਸੀ ਕਿ ਅਸੀਂ ਇਹਦਾ ਆਡਿਟ ਕਰਾਵਾਂਗੇ ਕਿ ਰਾਜ ਸਰਕਾਰ ਜਿਹੜੀ ਹੈ ਇਹ ਇਹਨਾਂ ਨੂੰ ਡਾਇਵਰਟ ਕਰਦੀ ਹੈ। ਔਰ ਇਹ ਚਾਰजेस ਪਰ ਉਸ ਸਮੇਂ ਤਾਂ ਉਹਨਾਂ ਦੀ ਹੀ ਸਰਕਾਰ ਸੀ, ਉਹਨਾਂ ਦੀ ਭਾਈਵਾਲਾਂ ਦੀ ਸਰਕਾਰ ਸੀ ਜਦੋਂ ਇਹ ਗੱਲ ਹੋਈ ਸੀ। ਨੋ ਡਾਊਟ, ਲੇਕਿਨ ਸ਼ਾਇਦ ਉਹ ਆਪਣੇ ਇਲੈਕਸ਼ਨ ਤੋਂ ਜਿਹੜੇ ਉਹ ਹਾਰੇ, ਜਿਨ੍ਹਾਂ ਦੀ ਉਹਨਾਂ ਨੂੰ ਉਮੀਦ ਨਹੀਂ ਸੀ, ਉਸ ਤੋਂ ਖਿਜੇ ਹੋਏ ਸੀ ਜਾਂ ਜੋ ਵੀ ਸੀਗਾ। ਲੇਕਿਨ ਕੇਂਦਰ ਸਰਕਾਰ ਦੇ ਜਿਹੜੇ ਅਧਿਕਾਰੀ ਹੈ, ਇਹ ਇੱਕ ਤਾਂ ਗੱਲ ਹੋ ਗਈ ਕਿ ਜਿਹੜੀ ਪੋਲੀਟੀਕਲ ਗਵਰਨਮੈਂਟ ਹੈ ਉਹਨਾਂ ਦੀ, ਦੂਸਰਾ ਹੈ ਜਿਹੜੇ ਉੱਥੋਂ ਦੇ ਅਧਿਕਾਰੀ ਹੈ ਜਿਨ੍ਹਾਂ ਤੋਂ ਕੁਛ ਨਾ ਕੁਛ ਫੀਡਬੈਕ ਮਿਲਦੀ ਹੈ, ਉਹਨਾਂ ਦਾ ਇਹ ਕਹਿਣਾ ਹੈ ਕਿ ਨਾ ਸਿਰਫ ਪੰਜਾਬ ਬਟ ਕਈ ਰਾਜ ਸਰਕਾਰਾਂ ਜਿਹੜੀਆਂ ਹੈਗੀਆਂ, ਉਹ ਜਿਹੜੀ ਇਸ ਤਰ੍ਹਾਂ ਦੀ ਕੋਈ ਗ੍ਰਾਂਟ ਜਾਂਦੀ ਹੈ ਉਹਨਾਂ ਨੂੰ ਜਾਂ ਜਿਹੜੇ ਫੰਡਸ ਜਾਂਦੇ ਆ ਕੇਂਦਰ ਤੋਂ, ਜਿਸ ਹੈੱਡ ਦੇ ਵਿੱਚ ਜਾਂਦੇ ਆ ਉਸ ਨੂੰ ਉਹਦੇ ਮੁਤਾਬਕ ਯੂਟਿਲਾਈਜ਼ ਨਹੀਂ ਕਰਦੇ। ਤੁਹਾਨੂੰ ਯਾਦ ਹੋਣਾ ਚਾਹੀਦਾ ਹੈ ਕਿ ਬਾਦਲ ਸਰਕਾਰ ਵੇਲੇ ਵੀ ਇਸ ਤਰ੍ਹਾਂ ਦਾ ਬਹੁਤ ਕੁਝ ਹੋਇਆ ਸੀਗਾ। ਈਵਨ ਕੰਪਟਰੋਲਰ ਆਡੀਟਰ ਜਨਰਲ ਨੇ ਔਰ ਪੰਜਾਬ ਦੇ ਜਿਹੜਾ ਹੈ ਅਕਾਊਂਟੈਂਟ ਜਨਰਲ, ਉਹਨਾਂ ਦੀਆਂ ਰਿਪੋਰਟਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਜਿਹੜੇ ਇੰਡੀਕੇਸ਼ਨਸ ਆਏ ਸੀਗੇ ਕਿ ਉਹਨਾਂ ਨੇ ਲਿਖਿਆ ਸੀ ਕਿ ਜਿਹੜੇ ਹੈ ਫੰਡਸ ਹੈ ਉਹਨਾਂ ਦੀ ਜਿਹੜੀ ਯੂਟਿਲਿਟੀ ਹੈ ਉਹਦੇ ਨਾਲ ਰਿਗਾਰਡਿੰਗ ਸੰਤੁਸ਼ਟੀ ਜਿਹੜੀ ਨਹੀਂ ਸੀ, ਉਹਨਾਂ ਨੂੰ ਅਸੰਤੁਸ਼ਟੀ ਪ੍ਰਗਟਾਈ ਗਈ ਸੀਗੀ। ਤਾਂ ਕਿਤੇ ਨਾ ਕਿਤੇ ਰਾਜ ਸਰਕਾਰਾਂ ਵੀ ਗਲਤੀ ਤੇ ਹੈ। ਜਿਸ ਹੈੱਡ ਦੇ ਵਿੱਚ ਜਿਹੜਾ ਤੁਹਾਡਾ ਫੰਡ ਆ ਰਿਹਾ ਉਸ ਦੇ ਮੁਤਾਬਕ ਕਿਉਂ ਨਾ ਖਰਚਿਆ ਜਾਏ? ਕੀ ਸਾਡਾ ਜਿਹੜਾ ਰੂਰਲ ਇਨਫਰਾਸਟ੍ਰਕਚਰ ਹੈ, ਜੇ ਆਪਾਂ ਰੂਰਲ ਡਿਵੈਲਪਮੈਂਟ ਫੰਡ ਦੀ ਹੀ ਗੱਲ ਕਰੀਏ, ਕਾਫੀ ਸਾਲਾਂ ਤੋਂ ਪੰਜਾਬ ਨੂੰ ਇੱਕ ਤਾਂ ਫੰਡ ਜਿਹੜੀ ਹੈ ਕੇਂਦਰ ਸਰਕਾਰ ਦਿੰਦੀ RDF, ਦੂਸਰਾ ਜਿਹੜੀ ਸਾਡੀ ਮੰਡੀ ਬੋਰਡ ਦੀ ਫੀਸ ਕਾਫੀ ਯੂਜ਼ ਹੁੰਦੀ ਹੈ। ਸਾਰਾ ਪੰਜਾਬ ਜਾਣਦਾ ਹੈ ਕਿ ਮੰਡੀ ਬੋਰਡ ਦੀ ਫੀਸ ਜਿਹੜੀ ਸਾਨੂੰ ਮਿਲਦੀ ਹੈ ਉਹਦੇ ਤੇ ਪੰਜਾਬ ਸਰਕਾਰ ਨੇ ਕਰਜ਼ਾ ਚੱਕ ਕੇ ਆਪਣੇ ਜਿਹੜੇ ਦੂਸਰੇ ਖਰਚੇ ਉਹ ਪੂਰੇ ਕੀਤੇ ਹੈ। ਤਾਂ ਪੰਜਾਬ ਸਰਕਾਰ ਖੁਦ ਤਾਂ ਉਹਨਾਂ ਨੂੰ ਆਪਣੀ ਗਲਤੀ ਤੁਹਾਨੂੰ ਕੀ ਲੱਗਦਾ ਭੁੱਗਲ ਸਾਹਿਬ ਵੀ ਵਾਕਈ ਕਾਰਨ ਇਹੀ ਹੈ ਫੰਡ ਰੋਕਣ ਦਾ, ਜਾਂ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਵੱਲੋਂ ਵੱਡੇ ਪੱਧਰ ਤੇ ਸੰਘਰਸ਼ ਵਿੱਢਿਆ ਗਿਆ, ਉਹਨਾਂ ਕਿਸਾਨਾਂ ਨੂੰ ਦਬਾਉਣ ਦੇ ਲਈ, ਉਹਨਾਂ ਦੇ ਵਿੱਚ ਦਹਿਸ਼ਤ ਪੈਦਾ ਕਰਨ ਦੇ ਲਈ ਕਿ ਜੇਕਰ ਤੁਸੀਂ ਸਾਡੇ ਕਹੇ ਦੇ ਉੱਪਰ ਸਾਡਾ ਕਾਨੂੰਨ ਨਾ ਮੰਨਿਆ, ਜੇਕਰ ਤੁਸੀਂ ਇਹ ਆਪਣਾ ਸੰਘਰਸ਼ ਖਤਮ ਨਾ ਕੀਤਾ ਤਾਂ ਅਸੀਂ ਹੋਰ ਵੀ ਸਖਤ ਐਕਸ਼ਨ ਲੈ ਸਕਦੇ ਹਾਂ, ਇਹੀ ਜਿਤਾਉਣ ਤਾਂ ਲਈ ਨਹੀਂ ਕਿਤੇ? ਨਹੀਂ, ਬਿਲਕੁਲ ਤੁਹਾਡੀ ਗੱਲ ਬਿਲਕੁਲ 100% ਠੀਕ ਹੈ ਕਿ ਇਸ ਵੇਲੇ ਜਿਨ੍ਹਾਂ ਹਾਲਾਤਾਂ ਦੇ ਵਿੱਚ, ਜਿਸ ਸੰਦਰਭ ਦੇ ਵਿੱਚ, ਜਿਸ ਕੰਟੈਕਸਟ ਦੇ ਵਿੱਚ ਇਸ ਫੰਡ ਨੂੰ ਰੋਕਿਆ ਗਿਆ ਉਹ ਪੋਲੀਟੀਕਲ ਹੈ। ਇਹ ਪਹਿਲਾਂ ਵੀ ਕਿਹਾ ਜਾ ਸਕਦਾ ਸੀ, ਇਹ ਇਕੱਲੇ ਪੰਜਾਬ ਦੇ ਸੰਦਰਭ 'ਚ ਨਹੀਂ ਕੀਤਾ ਜਾਣਾ ਚਾਹੀਦਾ ਸੀ। ਸਾਰੇ ਹਿੰਦੁਸਤਾਨ ਦੀਆਂ ਜਿਹੜੇ ਡਿਫਰੈਂਟ ਸਟੇਟਸ ਹੈ, ਈਵਨ BJP ਰੂਲ ਸਟੇਟ, ਉਹਨਾਂ ਦੇ ਵੀ ਜਿਹੜਾ ਹੈ ਉਸ ਤਰ੍ਹਾਂ ਦਾ ਕਈ ਕੁਝ ਲੱਭੂਗਾ। ਕਰਪਸ਼ਨ ਦੇ ਚਾਰजेस ਮੱਧ ਪ੍ਰਦੇਸ਼ ਸਰਕਾਰ ਤੇ ਜਾਂ ਜਿੱਥੇ ਹੋਰ NDA ਦੀ ਸਰਕਾਰ ਹੈ, ਬਿਹਾਰ ਹੈ, ਦੂਸਰੀ ਹੈ, UP ਦੇ ਵਿੱਚ ਖਾਸ ਤੌਰ ਤੇ ਬਹੁਤ ਲੱਗਦੇ ਨੇ, ਲੇਕਿਨ ਉੱਥੇ ਜਿਹੜੀ ਹੈ ਕੇਂਦਰ ਸਰਕਾਰ ਉਸ ਤਰ੍ਹਾਂ ਦਾ ਰਵੱਈਆ ਨਹੀਂ ਰੱਖਦੀ। ਸੋ ਵਜ੍ਹਾ ਉਹਨਾਂ ਦੀ ਉੱਪਰੋਂ ਦੇਖਿਆ ਤੇ ਜਾਇਜ਼ ਹੈ, ਲੇਕਿਨ ਉਹਦਾ ਕਾਰਨ ਪੋਲੀਟੀਕਲ ਹੈ। ਮੈਂ ਸਹਿਮਤ ਹਾਂ ਇਸ ਦੇ ਨਾਲ ਕਿ ਇਹ ਇਸ ਵੇਲੇ ਖਾਸ ਮੌਕੇ ਤੇ ਇਸ ਨੂੰ ਜਿਹੜਾ ਰੋਕਣਾ, ਉਸ ਨੂੰ ਅਸੀਂ ਰਾਜਨੀਤੀ ਤੋਂ ਪ੍ਰੇਰਿਤ ਹੀ ਸਮਝਾਂਗੇ, ਕਿਉਂਕਿ ਪੰਜਾਬ 'ਚ ਹੀ ਸਭ ਤੋਂ ਤੇਜ਼ ਅੰਦੋਲਨ ਚੱਲ ਰਿਹਾ। ਪੰਜਾਬ ਦੇ ਕਿਸਾਨ ਹੀ ਸਭ ਤੋਂ ਅੱਗੇ ਲੱਗ ਕੇ ਇਸ ਅੰਦੋਲਨ ਨੂੰ ਚਲਾ ਰਹੇ ਹੈ ਤੇ ਪੰਜਾਬ ਸਰਕਾਰ ਜਿਹੜੀ ਹੈ, ਸ਼ਾਇਦ ਕੇਂਦਰ ਸਰਕਾਰ ਜਿਸ ਤਰ੍ਹਾਂ ਉਹਨਾਂ ਤੋਂ ਉਮੀਦ ਕਰਦੀ ਹੋਵੇ ਕਿ ਉਹ ਇਸ ਨੂੰ ਰੋਕਣ ਜਾਂ ਇਸ ਨੂੰ ਕਿਸਾਨਾਂ ਨੂੰ ਟੈਕਲ ਕਰਨ, ਉਸ ਤਰ੍ਹਾਂ ਨਹੀਂ ਕਰ ਰਹੀ ਉਹਨਾਂ ਦੇ ਮੁਤਾਬਕ। ਤਾਂ ਪੰਜਾਬ ਸਰਕਾਰ ਦੇ ਪ੍ਰੈਸ਼ਰ, ਕੇਂਦਰ ਸਰਕਾਰ ਦੇ ਵੱਲੋਂ ਅਜਿਹੇ ਬਿਆਨ ਦਿੱਤੇ ਜਾਂਦੇ ਆ ਜਾਂ ਕੰਮ ਅਜਿਹੇ ਕੀਤੇ ਜਾਂਦੇ ਆ ਜਿਹਦੇ ਨਾਲ ਕਿਸਾਨ ਹੋਰ ਜ਼ਿਆਦਾ ਕਹਿੰਦੇ ਨੇ। ਕੱਲ ਪੰਜਾਬ ਭਾਜਪਾ ਦੇ ਵੱਡੇ ਲੀਡਰ ਨੇ ਮਦਨ ਮੋਹਨ ਮਿੱਤਲ, ਉਹਨਾਂ ਦੇ ਵੱਲੋਂ ਬਿਆਨ ਦੇ ਦਿੱਤਾ ਗਿਆ, ਕਹਿੰਦੇ ਕਿ ਜਿਹੜੇ ਇਹ ਲੋਕ ਬੈਠੇ ਨੇ ਧਰਨੇ ਦੇ ਉੱਪਰ, ਇਹ ਉਹਨਾਂ ਨੇ ਕਹਿਤਾ ਕਿ ਉਹ ਕਿਸਾਨ ਹੀ ਹੈ ਨਹੀਂਗੇ। ਉਹ ਕਹਿੰਦੇ ਕਿਸਾਨ ਤਾਂ ਜਾਂ ਖੇਤਾਂ 'ਚ ਆ ਤੇ ਜਾਂ ਫਿਰ ਮੰਡੀਆਂ 'ਚ ਆ। ਤੇ ਤੁਸੀਂ ਕਿਵੇਂ ਦੇਖਦੇ ਹੋ ਕਿ ਕਿਸਾਨਾਂ ਨੂੰ ਵਾਰ-ਵਾਰ ਖਿਜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਹਾਂ, ਬਿਲਕੁਲ। ਕੱਲ ਮਦਨ ਮੋਹਨ ਮਿੱਤਲ ਨੇ ਕਿਹਾ, ਕੱਲ ਹੀ JP ਨੱਡਾ ਜਿਹੜੇ BJP ਦੇ ਰਾਸ਼ਟਰੀ ਪ੍ਰਧਾਨ ਹੈ, ਉਹਨਾਂ ਦੀ ਵੀ ਇਸ ਤਰ੍ਹਾਂ ਦੀ ਸਟੇਟਮੈਂਟ ਆਈ ਕਿ ਇਹ ਜਿਹੜੇ ਅੰਦੋਲਨਕਾਰੀ ਹੈਗੇ ਆ, ਇਹ ਕਿਸਾਨ ਨਹੀਂ ਹੈਗੇ। ਉਹਨਾਂ ਦੇ ਬਾਰੇ ਜਿਹੜੀ ਉਹਨਾਂ ਦੀ ਸ਼ਬਦਾਵਲੀ ਹੈ ਉਹ ਕਾਫੀ ਇਤਰਾਜ਼ਯੋਗ ਸੀਗੀ। ਤੋ ਇਹ BJP ਦੇ ਜਿਹੜੀ ਲੀਡਰਸ਼ਿਪ ਹੈ, ਤਮਾਮ ਲੀਡਰਸ਼ਿਪ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਕਿ ਉਹ ਇਸ ਸੱਤਾ ਦੇ ਉੱਤੇ ਸਿਰਫ ਇਸ ਕਰਕੇ ਨਹੀਂ ਕਿ ਉਹਨਾਂ ਨੇ ਇਲੈਕਸ਼ਨ ਜਿੱਤੇ, ਉਹਨਾਂ ਦੇ ਪਿੱਛੇ ਇੱਕ ਖਾਸ ਕਿਸਮ ਦੀ ਵਿਚਾਰਧਾਰਾ, ਇੱਕ ਸੱਜੇ ਪੱਖੀ ਵਿਚਾਰਧਾਰਾ ਜਿਹੜੀ ਆਪਣੇ ਆਪ 'ਚ ਬਹੁਤ ਖਤਰਨਾਕ ਹੈ। ਉਹਨਾਂ ਦੀ ਜਿਹੜੀ ਪੇਰੈਂਟ ਆਰਗੇਨਾਈਜੇਸ਼ਨ ਹੈ RSS ਦੀ ਸੋਚ, ਜੇ ਉਹਨਾਂ ਦਾ ਤੁਸੀਂ ਲਿਟਰੇਚਰ ਜਿਹੜੇ ਲੋਕ ਪੜ੍ਹਦੇ, ਉਹਨਾਂ ਦੀ ਜਿਹੜੀਆਂ ਪਬਲੀਕੇਸ਼ਨਸ ਹੈ, ਪੰਜ ਜੰਨੇ ਔਰ ਆਰਗੇਨਾਈਜ਼ਰ ਨੂੰ ਜਾਣਨ ਵਾਲੇ ਲੋਕ
ਬਾਲਾ ਸਾਹਿਬ ਦੇ ਜਿਹੜਾ ਹੈ ਲਿਖਤਾਂ ਜਾਂ MS ਗੋਲਵਾਲਕਰ ਦੀਆਂ ਲਿਖਤਾਂ ਜਿਹਦੇ ਜਾਣਦੇ ਆ, ਉਹਨਾਂ ਦੀ ਸੋਚ ਤੋਂ ਚੰਗੀ ਤਰ੍ਹਾਂ ਉਹ ਜਾਣੂ ਨੇ ਕਿ ਉਹ ਕਿੰਨੇ ਸਾਲਾਂ ਤੋਂ ਇਸ ਤਾਕ ਦੇ ਵਿੱਚ ਸੀਗੇ ਕਿ ਜਦੋਂ ਕਦੇ ਉਹ ਸੱਤਾ 'ਚ ਆਉਣਗੇ ਤਾਂ ਫਿਰ ਉਹ ਕੀ ਕਰਨਗੇ। ਤਾਂ ਉਹ ਸ਼ੁਰੂ ਤੋਂ ਹੀ ਜਿਹੜਾ ਹੈ ਉਹ ਕਾਰਪੋਰੇਟ ਵਰਲਡ ਦੇ ਨਾਲ ਉਹਨਾਂ ਦੀ ਯਾਰੀ ਦੋਸਤੀ ਰਹੀ ਹੈ। ਦੇ ਹੈਵ ਬੀਨ ਪ੍ਰੋ ਕਾਰਪੋਰੇਟ ਵਰਲਡ, ਔਰ ਹੁਣ ਆ ਕੇ ਉਹਨਾਂ ਨੇ ਉਹ ਜਿਹੜੀਆਂ ਲਿਬਰਲਾਈਜੇਸ਼ਨ ਦੀ ਪਾਲਿਸੀ 1990 ਤੋਂ ਬਾਅਦ ਭਾਰਤ ਸਰਕਾਰ ਨੇ ਜਿਹੜੀ ਫੋਲੋ ਕਰਨੀ ਸ਼ੁਰੂ ਕੀਤੀ ਡਾਕਟਰ ਮਨਮੋਹਨ ਸਿੰਘ ਦੀ ਅਗਵਾਈ 'ਚ, ਉਹ ਬੜੀ ਅਸੀਂ ਹੌਲੀ ਸਟੈਪਸ ਲੈ ਕੇ ਕਰ ਰਹੇ ਸੀ ਤਾਂ ਕਿ ਲੋਕ ਉਸ ਯੂਜ਼ ਟੂ ਹੋ ਜਾਣ। ਲੇਕਿਨ ਆਉਂਦਿਆਂ ਹੀ ਇਸ ਸਰਕਾਰ ਨੇ ਆਪਣਾ ਉਹ ਜਿਹੜਾ ਏਜੰਡਾ ਹੈ ਪੂਰੀ ਸਪੀਡ ਦੇ ਨਾਲ ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਕਿ ਲੋਕਾਂ ਨੂੰ ਕਿਸ ਤਰ੍ਹਾਂ ਦੀਆਂ ਤਕਲੀਫਾਂ, ਕਿਸ ਤਰ੍ਹਾਂ ਦੀਆਂ ਮਜਬੂਰੀਆਂ ਆਉਣਗੀਆਂ ਜਾਂ ਕਿਸ ਤਰ੍ਹਾਂ ਦੇ ਇਹਦੇ ਪੋਲੀਟੀਕਲ ਫਾਲੋਆਊਟਸ ਹੋਣਗੇ, ਉਸ ਨੂੰ ਇੰਪਲੀਮੈਂਟ ਕਰਨਾ ਸ਼ੁਰੂ ਕਰ ਦਿੱਤਾ। ਇਤਰਾਜ਼ ਇਸ ਦੇ ਉੱਤੇ ਹੈ। ਹੁਣ ਜਿਸ ਤਰ੍ਹਾਂ ਖੇਤੀਬਾੜੀ ਦੇ ਬਿੱਲ ਹੀ ਪਾਸ ਕੀਤੇ ਗਏ, ਖੇਤੀਬਾੜੀ ਦੇ ਬਿੱਲ ਦੇ ਵਿੱਚ ਅਸਲ ਦੇ ਵਿੱਚ ਕੀ ਹੈ ਉਹ ਇੱਕ ਅਲੱਗ ਮੁੱਦਾ ਹੈ, ਲੇਕਿਨ ਜਿਸ ਤਰੀਕੇ ਨਾਲ ਉਹਨਾਂ ਨੂੰ ਕਾਹਲੀ ਦੇ ਨਾਲ ਇੱਕ ਤੁਸ ਦੇ ਕੇ ਪਾਸ ਕਰਵਾਇਆ ਗਿਆ, ਖਾਸ ਤੌਰ ਤੇ ਰਾਜ ਸਭਾ ਦੇ ਵਿੱਚ ਬਾਅਦ ਦੇ ਵਿੱਚ ਜੋ ਹੋਇਆ, ਸੋ ਲੋਕਾਂ ਦੇ ਜਿਹੜੇ ਡਰ ਹੈ ਜਾਂ ਲੋਕਾਂ ਦੇ ਜਿਹੜੇ ਖਦਸ਼ੇ ਹੈ ਉਹ ਇਸ ਸਰਕਾਰ ਦੀ ਤਰੀਕਾਕਾਰ ਦੇ ਉੱਤੇ ਹੈ। ਉਹਦਾ ਕੰਟੈਂਟ ਕੀ ਹੈ, ਉਹਦੇ ਵਿੱਚ ਕੀ ਹੈ, ਉਹ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਸਮਝ ਨਹੀਂ ਆਉਂਦਾ, ਹਾਲਾਂਕਿ ਉਹ ਵੀ ਬੜਾ ਇਤਰਾਜ਼ਯੋਗ ਹੈ ਜਦੋਂ ਅਸੀਂ ਡੀਪਰ ਜਾਂਦੇ ਹਾਂ। ਤਾਂ ਸਾਰਾ ਮਸਲਾ ਹੈ, ਸੋ ਇਸ ਕਰਕੇ ਖਦਸ਼ਾ ਇਹ ਵੀ ਲੋਕਾਂ ਦੇ ਵਿੱਚ ਹੈਗਾ ਕਿ ਜਿਸ ਤਰੀਕੇ ਦੇ ਨਾਲ ਉੱਚ ਪੱਧਰ ਦੇ ਜਿਹੜਾ ਪੰਜਾਬ ਦੇ ਵਿੱਚ ਕਿਸਾਨਾਂ ਦਾ ਸੰਘਰਸ਼ ਚੱਲਿਆ ਹੋਇਆ ਹੈ, ਕੈਪਟਨ ਨੇ ਵੀ ਜਿਹੜਾ ਬਿਆਨ ਦੇਤਾ ਸੀ, ਕਹਿੰਦੇ ਕਿ ਕਿਸਾਨ ਕਿਉਂਕਿ ਪਹਿਲਾਂ ਲੋਕਡਾਊਨ ਦੇ ਕਰਕੇ ਇਕੱਠ ਨਹੀਂ ਸੀ ਹੋ ਸਕਦੇ, ਕੈਪਟਨ ਨੇ ਵੀ ਇਹ ਗੱਲ ਕਹਿਤੀ ਸੀ ਕਿ ਕਿਸਾਨ ਜੇਕਰ ਸੰਘਰਸ਼ ਕਰਦੇ ਨੇ ਤਾਂ ਉਹਨਾਂ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਪਰਚਾ ਨਾ ਦਰਜ ਕੀਤਾ ਜਾਵੇ। ਤਾਂ ਵਾਰ-ਵਾਰ ਸੰਘਰਸ਼ ਵਧਦਾ ਜਾ ਰਿਹਾ ਹੈ, ਪਰ ਕੇਂਦਰ ਸਰਕਾਰ ਦੇ ਕੰਨ ਦੇ ਉੱਪਰ ਜੂੰ ਨਹੀਂ ਸਰਕ ਰਹੀ। ਉਹਨਾਂ ਦੇ ਵੱਲੋਂ ਅਜਿਹੇ ਬਿਆਨ ਦਿੱਤੇ ਜਾਣੇ ਕਿਤੇ ਨਾ ਕਿਤੇ ਕਿਸਾਨਾਂ ਨੂੰ ਉਕਸਾ ਨਹੀਂ ਰਿਹਾ ਕੁਝ ਅਜਿਹਾ ਕਦਮ ਚੱਕਣ ਦੇ ਲਈ ਜਿਨ੍ਹਾਂ ਦੇ ਨਾਲ ਹਾਲਾਤ ਅਜਿਹੇ ਬਣ ਜਾਣ ਜਿਹਦੇ ਵਿੱਚ ਕਿਹਾ ਜਾਵੇ ਕਿ ਅਸੀਂ ਐਮਰਜੈਂਸੀ ਲਾਉਣੀ ਹੈ ਜਾਂ ਇਹਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਪੂਰੀ ਤਰ੍ਹਾਂ ਦੇ ਨਾਲ ਇੱਕ ਤਰ੍ਹਾਂ ਜੇ ਦੇਖਿਆ ਜਾਵੇ ਤਾਂ ਕਿਸਾਨਾਂ ਨੂੰ ਖੁੱਲ੍ਹ ਦਿੱਤੀ ਹੋਈ ਹੈ ਸੰਘਰਸ਼ ਕਰਨ ਦੀ, ਧਰਨੇ ਪ੍ਰਦਰਸ਼ਨ ਕਰਨ ਦੀ, ਤਾਂ ਉਹ ਟੈਕਲ ਨਹੀਂ ਕਰ ਰਹੀ ਉਹਨਾਂ ਦੇ ਮੁਤਾਬਕ, ਕੇਂਦਰ ਸਰਕਾਰ ਦੇ ਮੁਤਾਬਕ ਪੰਜਾਬ ਸਰਕਾਰ। ਤਾਂ ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਕਿ ਕਿਸਾਨਾਂ ਨੂੰ ਉਕਸਾਇਆ ਜਾ ਰਿਹਾ? ਦੇਖੋ, ਉਕਸਾਇਆ ਤਾਂ ਜਾ ਰਿਹਾ ਹੈ। ਇਹ ਜੋ ਬਿਹਾਰ ਦੇ ਇਲੈਕਸ਼ਨਸ ਦੇ ਵਿੱਚ ਕਿਹਾ ਗਿਆ ਕਿ ਜੋ ਕੋਈ ਵੀ ਬੈਠੇ ਹੈ ਧਰਨਿਆਂ ਤੇ ਉਹ ਗੁੰਡੇ ਜਾਂ ਨੈਕਸਲਾਈਟ ਹੈ ਜਾਂ ਮਦਨ ਮੋਹਨ ਮਿੱਤਲ, ਸਭ ਤੋਂ ਮਾੜੀ ਗੱਲ ਹੈ ਕਿ ਮਦਨ ਮੋਹਨ ਮਿੱਤਲ ਖੁਦ ਪੰਜਾਬੀ ਨੇ ਔਰ ਉਹ ਸਮਝਦੇ ਇੱਥੇ ਕੀ ਕੁਝ ਹੋ ਰਿਹਾ, ਔਰ JP ਨੱਡਾ ਨੇ ਜੋ ਕੁਝ ਕਿਹਾ, ਪਰ ਰਾਸ਼ਟਰਪਤੀ ਰਾਜ ਹੁਣ ਕਿੱਥੇ ਲਾਉਣਗੇ। ਮੈਂ ਵਾਚ ਕਰ ਰਿਹਾ ਸੀਗਾ ਕਿ ਆਲਰੇਡੀ ਕਿਸਾਨ ਯੂਨੀਅਨਸ ਨੇ ਦਿੱਲੀ ਦੇ ਵਿੱਚ ਮੀਟਿੰਗ ਕਰਕੇ ਸਾਰੇ ਇਸ ਭਾਰਤ ਦੇ ਵਿੱਚ 5 ਤਰੀਕ ਨੂੰ ਚੱਕਾ ਜਾਮ ਦਾ ਜਿਹੜਾ ਹੈ ਇੱਕ ਪ੍ਰੋਗਰਾਮ ਰੱਖਿਆ ਔਰ 200 ਤੋਂ ਉੱਪਰ ਕਿਸਾਨ ਯੂਨੀਅਨਸ ਸਾਰੇ ਇੰਡੀਆ ਦੀਆਂ ਉਸ ਦੇ ਵਿੱਚ ਸ਼ਾਮਲ ਹੋਣਗੀਆਂ। ਯਾਨੀ ਕਹਿਣ ਤੋਂ ਭਾਵ ਇਹ ਹੈ ਕਿ ਇਹ ਕਿਸਾਨ ਰੋਹ ਜਿਹੜਾ ਹੈ ਇਹ ਹੌਲੀ ਫੈਲ ਰਿਹਾ ਹੈ। ਹਰਿਆਣੇ ਦੇ ਵਿੱਚ ਇਹ ਤੇਜ਼ ਹੋ ਗਿਆ, ਜਿਹੜਾ ਪਹਿਲਾਂ ਥੋੜਾ ਸਲੋ ਚੱਲਿਆ ਆ ਰਿਹਾ ਸੀ ਉੱਥੇ ਵੀ ਇਹ ਤੇਜ਼ ਹੋ ਗਿਆ। ਸੋ ਇਹ ਹਾਲਾਤ ਜਿਹੜੇ ਹੈਗੇ ਆ ਇਹ ਜੇ ਇਸ ਨੂੰ ਤਰੀਕੇ ਨਾਲ ਨਾ ਟੈਕਲ ਕੀਤਾ ਗਿਆ ਤਾਂ ਭਾਰਤ ਦੇ ਦੂਸਰੇ ਸੂਬਿਆਂ ਦੇ ਵਿੱਚ ਵੀ ਵੱਧ ਸਕਦੇ ਆ। ਕਿਉਂਕਿ ਹੁਣ ਇੱਕ ਅੱਜ ਹੋਰ ਡਿਵੈਲਪਮੈਂਟ ਹੋਈ, ਕੇਰਲਾ ਦੀ ਸਰਕਾਰ ਨੇ ਇੱਕ ਬਿੱਲ ਪਾਸ ਕਰਕੇ ਮਿਨੀਮਮ ਸਪੋਰਟ ਪ੍ਰਾਈਸ ਪੈਰੀਸ਼ੇਬਲ ਆਈਟਮਸ ਹੁੰਦੀਆਂ ਫਰੂਟ ਐਂਡ ਵੈਜੀਟੇਬਲ, ਜਿਹੜੀ ਜ਼ਿਆਦਾ ਦੇਰ ਤੁਸੀਂ ਰੱਖ ਨਹੀਂ ਸਕਦੇ। ਕਣਕ ਔਰ ਝੋਨਾ ਤਾਂ ਅਸੀਂ ਸਟੋਰ ਕਰ ਸਕਦੇ ਹਾਂ, ਲੇਕਿਨ ਸਬਜ਼ੀਆਂ ਨੂੰ ਔਰ ਫਰੂਟਸ ਨੂੰ ਅਸੀਂ ਸਟੋਰ ਨਹੀਂ ਕਰ ਸਕਦੇ, ਇਸ ਕਰਕੇ ਸਰਕਾਰ ਉਹਦੀ ਕੋਈ MSP ਨਹੀਂ ਦਿੰਦੀ। ਲੇਕਿਨ ਅੱਜ ਕੇਰਲਾ ਦੀ ਸਰਕਾਰ ਨੇ 16 ਕਿਸਮ ਦੀਆਂ ਵੈਜੀਟੇਬਲਸ ਦੀ MSP ਦਾ ਐਲਾਨ ਕੀਤਾ ਕਿ ਅਸੀਂ ਉਹਨਾਂ ਦੀ MSP ਡਿਕਲੇਅਰ ਕਰਾਂਗੇ ਔਰ ਕੋਈ ਵੀ ਉਸ ਮਿਨੀਮਮ ਸਪੋਰਟ ਪ੍ਰਾਈਸ ਤੋਂ ਘੱਟ ਨਹੀਂ ਖਰੀਦੂਗਾ, ਔਰ ਇਹਦਾ ਬੜਾ ਜਿਹੜਾ ਹੈ ਸਵਾਗਤ ਹੋਇਆ। ਸੋ ਇਸ ਅੰਦੋਲਨ ਦਾ ਪ੍ਰਭਾਵ ਜਿਹੜਾ ਹੈ ਉਹ ਹੌਲੀ ਫੈਲੇਗਾ। ਇਹ ਠੀਕ ਹੈ ਸਾਡੇ ਸੂਬੇ ਦੇ ਵਿੱਚ, ਕਿਉਂਕਿ ਅਸੀਂ ਕਿਸਾਨ ਪ੍ਰਧਾਨੀ ਵਾਲਾ ਸੂਬਾ ਹੈਗਾ ਤੇ ਛੇਤੀ ਹੋ ਗਿਆ, ਦੂਸਰੇ ਸੂਬਿਆਂ ਦੇ ਵਿੱਚ ਵੀ ਇਹ ਜਿਹੜੀ ਹੈ ਹਵਾ ਫੈਲੇਗੀ। ਔਰ ਮੈਨੂੰ ਲੱਗਦਾ ਹੈ ਕਿ ਕਿਸੇ ਨਾ ਕਿਸੇ ਇਸ ਤਰੀਕੇ ਨਾਲ ਇਸ ਸਟੇਟ ਨੂੰ, ਸਰਕਾਰ ਨੂੰ ਇਸ ਨੂੰ ਸੁਣਨਾ ਪਏਗਾ। ਇਹ ਚੰਗੀ ਗੱਲ ਹੈ ਕਿ ਉਹ ਪਹਿਲਾਂ ਸੁਣ ਲੈਣ ਜਾਂ ਫਿਰ ਨੁਕਸਾਨ ਕਰਾ ਕੇ ਕੋਈ ਇਸ ਤਰ੍ਹਾਂ ਦੀ ਮਾੜੀ ਘਟਨਾ ਵਾਪਰ ਜਾਏ ਫਿਰ ਸੁਣਿਆ ਜਾਵੇ, ਤਾਂ ਇਹ ਚੰਗੀ ਗੱਲ ਹੋਈ ਕਿ ਉਹ ਪਹਿਲਾਂ ਸੁਣ ਲੈਣ। ਪਰ ਲੇਕਿਨ ਸੁਣਨਾ ਪਏਗਾ। ਹੁਣ ਇਹ ਇਕੱਲਾ ਪੰਜਾਬ ਦੀ ਸਮੱਸਿਆ ਨਹੀਂ ਰਹੇਗੀ, ਇਹ ਸਾਰੇ ਭਾਰਤ ਦੇ ਜਿਹੜੇ ਕਿਸਾਨ ਹੈਗੇ ਆ, ਦੂਸਰੇ ਲੋਕ ਹੈ, ਉਹ ਇਸ ਪ੍ਰਤੀ ਜਾਗਰੂਕ ਹੋ ਰਹੇ ਹੈ ਤੇ ਇਸ ਕਰਕੇ ਉਸ ਵਾਲੇ ਪਾਸੇ ਸੋਚਣਾ ਬਹੁਤ ਜ਼ਰੂਰੀ ਬਣ ਰਿਹਾ। ਹੁਣ ਕਿਸਾਨਾਂ ਦਾ ਹੁਣ ਭੋਗਲ ਸਾਹਿਬ ਬਣੇਗਾ ਕੀ? ਕੇਂਦਰ ਸਰਕਾਰ ਦੇ ਉੱਪਰ ਦਬਾਅ ਪਾਉਣ ਦੇ ਲਈ ਕਿਸਾਨ ਹਰ ਤਰੀਕੇ ਦਾ ਹੱਥਕੰਡਾ ਅਪਣਾ ਰਹੇ ਨੇ। ਟੋਲ ਪਲਾਜ਼ੇ ਬੰਦ ਕਰ ਦਿੱਤੇ ਗਏ ਨੇ, ਰੇਲ ਗੱਡੀਆਂ ਦੀ ਟਰੈਕ ਜਿਹੜੇ ਇਹਨਾਂ ਵੱਲੋਂ ਰੋਕੇ ਗਏ ਨੇ, ਰਿਲਾਇੰਸ ਦੇ ਪੰਪ ਬੰਦ ਕਰ ਦਿੱਤੇ ਗਏ, ਰਿਲਾਇੰਸ ਦੇ ਸਟੋਰ ਬੰਦ ਕਰ ਦਿੱਤੇ ਗਏ, ਫਿਰ ਵੀ ਕੇਂਦਰ ਸਰਕਾਰ ਪਿੱਛੇ ਹਟਣ ਨੂੰ ਤਿਆਰ ਨਹੀਂ। ਤਾਂ ਹੁਣ ਰਾਹ ਕੀ ਹੈ ਕਿਸਾਨਾਂ ਦੇ ਕੋਲ? ਇਹ ਅੰਦੋਲਨ ਇਸ ਤਰ੍ਹਾਂ ਜਾਰੀ ਰਹੇਗਾ ਕਿਉਂਕਿ
ਜੇ ਤਾਂ ਇਕੱਲੇ ਪੰਜਾਬ 'ਚ ਹੁੰਦਾ ਤਾਂ ਹੋ ਸਕਦਾ ਇਹ ਖਤਮ ਹੋ ਜਾਂਦਾ, ਦਬ ਜਾਂਦਾ, ਜਾਂ ਇਹਨੂੰ ਦਬਾ ਲਿਆ ਜਾਂਦਾ, ਜਾਂ ਜਿਸ ਤਰ੍ਹਾਂ ਆਪਾਂ ਬਾਰ-ਬਾਰ ਕਹਿੰਦੇ ਹਾਂ ਕਿ ਰਾਸ਼ਟਰਪਤੀ ਰਾਜ ਲੱਗਣ ਦੀ ਕੋਈ ਸੰਭਾਵਨਾ ਹੋ ਸਕਦੀ। ਪਰ ਕਿਉਂਕਿ ਹੁਣ ਇਹ ਸਾਰੇ ਭਾਰਤ ਦੇ ਵਿੱਚ ਜਿਹੜਾ ਹੈ ਉਹ ਫੈਲਦਿਆ ਹੈਗਾ, ਤਾਂ ਕੇਂਦਰ ਸਰਕਾਰ ਨੂੰ ਜਿਹੜਾ ਹੈਗਾ ਉਹ ਕੋਈ ਨਾ ਕੋਈ ਗੱਲਬਾਤ ਦੇ ਉੱਤੇ, ਕੋਈ ਨਾ ਕੋਈ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੇ ਉੱਤੇ ਆਉਣਾ ਪਏਗਾ, ਇਸ ਤਰ੍ਹਾਂ ਮੈਨੂੰ ਲੱਗ ਰਿਹਾ ਹੈਗਾ। ਦੂਸਰੇ ਪਾਸੇ ਜਿਹੜਾ ਇਹ ਰੇਲ ਗੱਡੀਆਂ ਬੰਦ ਹੋਈਆਂ ਜਾਂ ਜਿਹੜੇ ਇਹ ਧਰਨਿਆਂ ਦੇ ਉੱਤੇ ਕਿਸਾਨ ਬੈਠੇ ਹੈਗੇ ਆ, ਇਸ ਕਰਕੇ ਉਦਯੋਗਿਕ ਵਰਗ ਨੂੰ ਜਿਹੜਾ ਹੈ, ਜਿਹੜੇ ਉਦਯੋਗ ਧੰਦਿਆਂ ਵਾਲੇ ਲੋਕ ਹੈ, ਉਹਨਾਂ ਨੂੰ ਵੀ ਕਾਫੀ ਮੁਸ਼ਕਿਲ ਹੈ। ਕੱਲ੍ਹ ਹੀ ਪੰਜਾਬ ਦੇ ਜਿਹੜੇ ਲੁਧਿਆਣਾ ਸ਼ਹਿਰ ਦੇ ਜਿਹੜੇ ਉਦਯੋਗਪਤੀ ਹੈ, ਉਹਨਾਂ ਦੀ ਕੋਈ ਮੀਟਿੰਗ ਹੋਈ, ਉਸ ਦੇ ਬਾਰੇ ਲੋਕਲ ਨਿਊਜ਼ਪੇਪਰਸ ਦੇ ਵਿੱਚ ਰਿਪੋਰਟਿੰਗ ਸੀ ਕਿ ਉਹਨਾਂ ਨੇ ਵੀ ਕਿਹਾ ਕਿ ਅਸੀਂ ਜਿਹੜਾ ਹੈ ਉਹ ਜੇ ਸਾਡਾ ਕੋਈ ਹੱਲ ਨਾ ਕੀਤਾ ਗਿਆ, ਕਿਉਂਕਿ ਸਾਨੂੰ ਨੁਕਸਾਨ ਹੋ ਰਿਹਾ, ਤੇ ਅਸੀਂ ਧਰਨੇ ਤੇ ਬੈਠ ਸਕਦੇ ਹਾਂ। ਸਰਕਾਰ ਸਾਡੇ ਬਾਰੇ ਵੀ ਸੋਚੇ, ਸਾਡੇ ਬਾਰੇ ਵੀ ਸੋਚਿਆ ਜਾਣਾ ਚਾਹੀਦਾ। ਅਸੀਂ ਸਾਰਿਆਂ ਨਾਲ ਮਿਲ ਕੇ ਖੜਾ ਹੋਣਾ ਚਾਹੁੰਦੇ ਹਾਂ, ਲੇਕਿਨ ਸਾਡੇ ਬਾਰੇ ਵੀ ਤਾਂ ਸੋਚੋ ਨਾ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਡਿਵੈਲਪਮੈਂਟਸ ਜਿਹੜੀਆਂ ਹੋ ਰਹੀਆਂ ਹੈਗੀਆਂ, ਤਾਂ ਹਾਲਾਤ ਜਿਹੜੇ ਹੈ ਉਹ ਕਾਫੀ ਜਿਹੜੇ ਹੈ ਚਿੰਤਾਜਨਕ ਹੈਗੇ ਹੈ। ਲੇਕਿਨ ਸਰਕਾਰ ਨੂੰ ਸੂਨਰ ਜਾਂ ਲੇਟਰ ਜਿਹੜਾ ਹੈ ਉਹ ਆਉਣਾ ਪਏਗਾ, ਕਿਉਂਕਿ ਇਹ ਨਹੀਂ ਹੁੰਦਾ ਕਦੇ ਵੀ ਕਿ ਸਮੱਸਿਆ ਫੈਲਦੀ ਰਹੇ, ਕਿਉਂਕਿ ਜੋ ਮਰਜ਼ੀ ਹੈ ਇਸ ਸਰਕਾਰ ਦੇ ਉੱਤੇ ਕਈ ਕਿਸਮ ਦੇ ਇਲਜ਼ਾਮ ਲੱਗਦੇ ਆ ਕਿ ਲੋਕਤੰਤਰ ਦਾ ਕਾਨ ਹੋਇਆ, ਲੋਕਤੰਤਰ ਦੀ ਵੈਲਿਊ ਸਿਸਟਮ ਖਰਾਬ ਹੋਇਆ। ਲੇਕਿਨ ਐਟ ਦੀ ਐਂਡ ਆਫ ਦਾ ਡੇ ਦਿਸ ਇਜ਼ ਐਨ ਇਲੈਕਟਿਡ ਗਵਰਨਮੈਂਟ, ਔਰ ਉਹਨਾਂ ਨੂੰ ਵੀ ਪਤਾ ਖੁਦ ਹੁਣ ਬਿਹਾਰ ਦੇ ਵਿੱਚ ਚੋਣਾਂ ਹੋ ਰਹੀਆਂ, ਤੁਸੀਂ ਦੇਖਿਆ ਹੋਣਾ 243 ਸੀਟਾਂ ਦਾ ਪਹਿਲਾ ਫੇਜ਼, 71 ਸੀਟਾਂ ਦੇ ਉੱਤੇ ਪੋਲਿੰਗ ਹੋਈ, ਕਾਫੀ ਹੈਵੀ ਪੋਲਿੰਗ ਹੋਈ। ਔਰ ਜੋ ਰਿਪੋਰਟਸ ਆ ਰਹੀਆਂ ਉਹ ਉੱਥੇ, ਕਿਉਂਕਿ ਐਨਡੀਏ ਦੀ ਗਵਰਨਮੈਂਟ ਹੈ, ਇਹਨਾਂ ਦੀ ਹੀ ਸਰਕਾਰ ਹੈ, ਨਿਤਿਸ਼ ਕੁਮਾਰ ਚੀਫ ਮਿਨਿਸਟਰ, ਲੇਕਿਨ ਹੁਣ ਮੈਜੋਰਿਟੀ ਉੱਥੇ ਬੀਜੇਪੀ ਦੇ ਸੀ, ਤਾਂ ਉਹ ਸਰਕਾਰ ਜਿਹੜੀ ਹੈਗੀ ਹੈ ਉਹ ਲੋਕਾਂ ਦਾ ਬੜਾ ਤਗੜਾ ਰੋਹ ਹੈ ਉਹਦੇ ਖਿਲਾਫ। ਇਸ ਚੀਜ਼ ਦਾ ਜਨੀ ਪ੍ਰਭਾਵਿਤ ਤਾਂ ਕਰ ਸਕਦਾ, ਬੀਜੇਪੀ ਨੂੰ ਬਹੁਤ ਜ਼ਿਆਦਾ ਨੁਕਸਾਨ ਉੱਥੇ ਝੱਲਣਾ ਪੈ ਸਕਦਾ ਬਿਹਾਰ ਦੇ ਵਿੱਚ। ਹਾਂ, ਨਾਟ ਓਨਲੀ ਬਿਹਾਰ, ਜਿਨ੍ਹਾਂ ਸਟੇਟਸ ਦੇ ਵਿੱਚ ਆਉਣ ਵਾਲੇ ਮਹੀਨਿਆਂ 'ਚ ਚੁਣਾਵ ਹੈ, ਬੰਗਾਲ ਦਾ ਚੁਣਾਵ ਹੈ, ਬੀਜੇਪੀ ਦੀ ਪਿੱਛੇ ਪੂਰੀ ਜ਼ੋਰ ਲੱਗਾ ਰਿਹਾ, ਅਮਿਤ ਸ਼ਾਹ ਔਰ ਮੋਦੀ ਨੇ ਕੀ ਕੁਛ ਨਹੀਂ ਕੀਤਾ ਬੰਗਾਲ ਦੀ ਜਿਹੜੀ ਹੈ ਪਬਲਿਕ ਓਪੀਨੀਅਨ ਨੂੰ ਚੇਂਜ ਕਰਨ ਵਾਸਤੇ, ਮਮਤਾ ਬੈਨਰਜੀ ਦੇ ਖਿਲਾਫ ਕਰਨ ਵਾਸਤੇ। ਲੇਕਿਨ ਇਹ ਸਾਰਾ ਕੁਝ ਜੋ ਹੋਇਆ, ਜਾਂ ਫਿਰ ਜਿਹੜਾ ਕੋਵਿਡ ਦੇ ਦੌਰਾਨ ਜਿਹੜੀ ਲੋਕਡਾਊਨ ਹੋਇਆ, ਉਸ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣ ਵਾਲੇ ਜਿਹੜੇ ਲੋਕ ਸੀਗੇ ਉਹ ਇਹਨਾਂ ਸਟੇਟਸ ਦੇ ਸੀਗੇ, ਕਿਉਂਕਿ ਮਜ਼ਦੂਰ ਵਰਗ ਇਹਨਾਂ ਸਟੇਟਸ ਦਾ ਹੈ। ਜਾਣ ਲਈ ਉਹਨਾਂ ਨੂੰ ਬੱਸਾਂ ਨਹੀਂ ਮਿਲੀਆਂ, ਹਜ਼ਾਰਾਂ ਕਿਲੋਮੀਟਰ ਪੈਦਲ ਚੱਲ ਕੇ ਜਾਣਾ ਪਿਆ ਜਾਂ ਪੈਸੇ ਖਰਚ ਕੇ ਜਾਣਾ ਪਿਆ। ਬਹੁਤ ਸਾਰੇ ਲੋਕ ਮਾਰੇ ਗਏ, ਭੁੱਖੇ ਧਿਆਏ ਜਿਹੜੇ ਹੈ ਉਹ ਤੈਰਦੇ ਰਹੇ। ਉਹਨਾਂ ਦੇ ਦਿਨਾਂ ਦੇ ਵਿੱਚ ਜਿਹੜੀ ਹੈ ਉਹ ਖਬਰਾਂ ਆਉਂਦੀਆਂ ਰਹੀਆਂ। ਤਾਂ ਉਹਨਾਂ ਲੋਕਾਂ 'ਚ ਇਹਨਾਂ ਸਾਰੀਆਂ ਗੱਲਾਂ ਦਾ ਰੋਹ ਜਿਹੜਾ ਹੈ ਉਹ ਇਸ ਸਰਕਾਰ ਦੇ ਖਿਲਾਫ ਉੱਭਰਦਾ। ਹਰ ਜਗ੍ਹਾ ਹੁੰਦਾ, ਇਹ ਸਰਕਾਰ ਨਹੀਂ, ਕੋਈ ਇਹਦੀ ਜਗ੍ਹਾ ਹੋਰ ਵੀ ਪਾਰਟੀ ਦੀ ਸਰਕਾਰ ਹੁੰਦੀ ਔਰ ਇਹੋ ਜਿਹੇ ਹਾਲਾਤ ਹੁੰਦੇ ਤਾਂ ਲੋਕਾਂ ਦਾ ਗੁੱਸਾ ਤਾਂ ਸਰਕਾਰ ਦੇ ਉੱਤੇ ਹੀ ਜਿਹੜਾ ਹੈ। ਕੇਂਦਰ ਸਰਕਾਰ ਕਿਤੇ ਇਹ ਤਾਂ ਨਹੀਂ ਸੋਚ ਰਹੀ ਜਿੰਨਾ ਸੰਘਰਸ਼ ਲੰਬਾ ਜਾਵੇਗਾ ਉਨੀ ਇਹਦੀ ਤਾਕਤ ਵੀ ਘਟਣੀ ਸ਼ੁਰੂ ਹੋ ਜੂਗੀ, ਕਿਉਂਕਿ ਜਿਸ ਤਰੀਕੇ ਦੇ ਨਾਲ ਆਪਾਂ ਪੰਜਾਬ 'ਚ ਹੀ ਦੇਖ ਲਈਏ ਤਾਂ ਕਿਸਾਨ ਜਥੇਬੰਦੀਆਂ ਵੀ ਕਈ ਤਰੀਕੇ ਨਾਲ ਪਾਟ ਚੁੱਕੀਆਂ ਨੇ ਥੋੜ੍ਹੀਆਂ ਬਹੁਤੀਆਂ। ਤਾਂ ਸ਼ੁਰੂਆਤ ਦੇ ਵਿੱਚ ਇਹ ਵੀ ਗੱਲ ਹੋਈ ਸੀ ਕਿ ਜਿਹੜੇ ਸਿੰਗਰ ਨੇ ਪੰਜਾਬ ਦੇ ਉਹ ਵੀ ਬੜੇ ਉੱਭਰ ਕੇ ਸਾਹਮਣੇ ਆਏ ਸੀ, ਕਹਿੰਦੇ ਅਸੀਂ ਕਿਸਾਨਾਂ ਦੇ ਹੱਕ 'ਚ ਖੜੇ ਹਾਂ। ਪਰ ਹੁਣ ਇੱਕਾ ਦੁੱਕਾ ਐਕਟਰਾਂ ਨੂੰ ਛੱਡ ਕੇ ਕੋਈ ਵੀ ਸਿੰਗਰ ਹੁਣ ਦੁਬਾਰਾ ਨਜ਼ਰ ਨਹੀਂ ਆ ਰਿਹਾ ਕਿਤੇ ਫੀਲਡ ਦੇ ਵਿੱਚ। ਬਿਲਕੁਲ, ਸ਼ੁਰੂ ਦੇ ਵਿੱਚ ਕੁਝ ਕਲਾਕਾਰਾਂ ਨੇ, ਕੁਝ ਸਿੰਗਰਸ ਨੇ, ਸ਼ੰਭੂ ਮੋਰਚਾ ਖਾਸ ਤੌਰ ਤੇ ਮੈਂ ਉਹਦਾ ਜ਼ਿਕਰ ਕਰਾਂਗਾ, ਉੱਥੇ ਕਾਫੀ ਮਜਮਾ ਲਾਇਆ ਔਰ ਉੱਥੇ ਕੁਝ ਐਸੀਆਂ ਗੱਲਾਂ ਹੋਈਆਂ ਜਿਨ੍ਹਾਂ ਦਾ ਇਹਨਾਂ ਬਿੱਲਾਂ ਨਾਲ ਜਾਂ ਕਿਸਾਨ ਦਾ ਜੋ ਸੰਘਰਸ਼ ਇਸ ਵੇਲੇ ਚੱਲ ਰਿਹਾ ਹੈਗਾ ਇਮੀਡੀਏਟਲੀ ਉਹਨਾਂ ਨਾਲ ਤੁਰੰਤ ਕੋਈ ਵਾਸਤਾ ਨਹੀਂ। ਖੁਦ ਮੁਖਤਾਰੀ ਦੀ ਗੱਲ ਕੀਤੀ ਗਈ ਜਾਂ ਪੰਜਾਬ ਦੇ ਮਿਲੀਟੈਂਸੀ ਦੇ ਜਿਹੜੇ ਸਿੰਬਲਸ ਹੈ ਉਹਨਾਂ ਦਾ ਉੱਥੇ ਜ਼ਿਕਰ ਕੀਤਾ ਗਿਆ ਔਰ ਇਹੋ ਜਿਹੀਆਂ ਗੱਲਾਂ ਕੀਤੀਆਂ ਜਿਹਦੇ ਕਰਕੇ ਲੋਕ ਜਿਹੜੇ ਹੈ ਉਹ ਅਲਰਟ ਹੋਏ। ਮੈਂ ਕੱਲ੍ਹ ਇੱਕ ਲੁਧਿਆਣੇ ਦੇ ਬਿਲਕੁਲ ਨੇੜੇ ਇੱਕ ਧਰਨਾ ਲੱਗਾ ਹੋਇਆ ਲਾਡੋਵਾਲ ਟੋਲ ਪਲਾਜ਼ਾ, ਮੈਨੂੰ ਉੱਥੇ ਜਾਣ ਦਾ ਮੌਕਾ ਮਿਲਿਆ ਕਿਸਾਨਾਂ ਨਾਲ ਗੱਲਬਾਤ ਕਰਨ ਦਾ। ਮੈਂ ਜਾਣਨਾ ਚਾਹੁੰਦਾ ਸੀ ਕਿ ਉਹਨਾਂ ਦੀ ਸੋਚ ਕੀ ਚੱਲ ਰਹੀ ਹੈ, ਤੇ ਉਹਨਾਂ ਨੇ ਮੈਨੂੰ ਸਪਸ਼ਟ ਦੱਸਿਆ ਕਿ ਉਹਨਾਂ ਦੀਆਂ ਯੂਨੀਅਨਸ ਦਾ ਇਹ ਫੈਸਲਾ ਹੈ ਕਿ ਅਸੀਂ ਕਿਸੇ ਕਲਾਕਾਰ ਨੂੰ ਜਿਹੜਾ ਹੈ ਉਹ ਨਹੀਂ ਆਉਣ ਦੇਣਾ ਚਾਹੁੰਦੇ, ਕਿਉਂਕਿ ਸਾਡਾ ਜਿਹੜਾ ਇਹ ਮੋਰਚਾ ਹੈ, ਸਾਡਾ ਜਿਹੜਾ ਸੰਘਰਸ਼ ਹੈ, ਇਹਦਾ ਲਾਹਾ ਲੈਣਾ ਚਾਹੁੰਦੇ ਦੇਣਾ ਚਾਹੁੰਦੇ ਸੀ, ਆਉਣੋਂ ਪਹਿਲਾਂ ਵੀ ਨਹੀਂ ਦੇਣਾ ਚਾਹੁੰਦੇ ਸੀ। ਪਰ ਜਦੋਂ ਉਹਨਾਂ ਨੂੰ ਰੋਕ ਦਿੱਤਾ ਗਿਆ ਤੇ ਕਈ ਸਿੰਗਰਾਂ ਨੇ ਕੀ ਕੀਤਾ, ਆਪਣੇ ਤੌਰ ਤੇ ਆਪਣੇ ਦੋਸਤਾਂ ਮਿੱਤਰ ਜਿਹੜੇ ਕਲਾਕਾਰ ਹੈ ਉਹਨਾਂ ਨੂੰ ਸੱਦ ਕੇ ਇਕੱਠ ਕਰਕੇ ਤਾਂ ਧਰਨਾ ਲਗਾਉਣ ਦੀ, ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਅਸੀਂ ਵੀ ਕਰ ਸਕਦੇ ਹਾਂ। ਠੀਕ ਹੈ, ਲੇਕਿਨ ਜਦੋਂ ਉਹਨਾਂ ਨੂੰ ਇਹ ਕੋਲਡ ਸ਼ੋਲਡਰ ਮਿਲਿਆ, ਜਦੋਂ ਉਹਨਾਂ ਨੂੰ ਇਹ ਕੋਈ ਬਹੁਤਾ ਹੁੰਗਾਰਾ ਕਿਸਾਨਾਂ ਨੇ ਨਹੀਂ ਦੇ ਰਹੇ, ਇਸ ਕਰਕੇ ਹੁਣ ਮੈਂ ਨਹੀਂ ਦੇਖ ਰਿਹਾ ਸਵਾਏ ਮੈਨੂੰ ਯੋਗਰਾਜ ਸਿੰਘ ਹੋਣਾ ਦੇ, ਉਹ ਜ਼ਰੂਰ ਮੈਂ ਜਾਂਦੇ ਦੇਖੇ, ਸੁਣਦੇ ਆ, ਕਿਉਂਕਿ ਉਹਨਾਂ ਨੂੰ ਵੀ ਲੋਕ ਸੁਣਦੇ ਆ, ਕਿਉਂਕਿ ਉਹ ਜਿਹੜਾ ਹੈਗਾ ਕੋਈ ਕਿਸਾਨੀ ਦੀ ਹੀ ਗੱਲ ਕਰਦੇ ਆ, ਕੋਈ ਪਰੇ ਹਟ ਕੇ ਕੋਈ ਉਸ ਤਰ੍ਹਾਂ ਦੀ ਗੱਲ ਨਹੀਂ ਕਰ ਰਹੇ। ਸੋ ਇਸ ਕਰਕੇ ਸ਼ਾਇਦ ਉਹਨਾਂ ਨੂੰ ਲੋਕ ਬਰਦਾਸ਼ਤ ਕਰਦੇ, ਪਰ ਹੋਰ ਕਿਸੇ ਵੀ ਕਲਾਕਾਰ ਦੇ ਬਾਰੇ ਮੈਂ ਬਹੁਤਾ ਜ਼ਿਆਦਾ ਨਹੀਂ ਦੇਖ ਰਿਹਾ ਇਸ ਵੇਲੇ ਕਿ ਉਹ ਇਹਨਾਂ ਸੰਘਰਸ਼ ਦੇ ਵਿੱਚ ਕੁੱਦੇ ਹੋਣ ਜਾਂ ਇਹਨਾਂ ਦੇ ਪਲੇਟਫਾਰਮ ਤੇ ਜਾਂਦੇ ਹੋਣ। ਕਿਉਂਕਿ ਕੱਲ੍ਹ ਜਿਸ ਤਰ੍ਹਾਂ ਉਹਨਾਂ ਨੇ ਮੈਨੂੰ ਦੱਸਿਆ ਜਿਹੜੇ ਸੰਚਾਲਕ ਨੇ ਉਸ ਧਰਨੇ ਦੇ, ਕਿ ਸਾਨੂੰ ਇੰਸਟਰਕਸ਼ਨ ਹੈ ਕਿ ਕੋਈ ਵੀ ਜਿਹੜਾ ਹੈ ਸਿੰਗਰ ਜਾਂ ਕਲਾਕਾਰ ਜਿਹੜਾ ਹੈ ਜਾਂ ਕੋਈ ਵੀ ਪੋਲੀਟੀਕਲ ਬੰਦਾ ਅਸੀਂ ਆਪਣੀ ਸਟੇਜ ਦੇ ਉੱਤੇ ਨਹੀਂ ਆਉਣ ਦੇਣਾ। ਸਾਡੇ ਕੋਲ ਜਿਹੜੇ ਆਉਂਦੇ ਵੀ ਹੈ ਅਸੀਂ ਉਹਨਾਂ ਨੂੰ ਹੱਥ ਜੋੜ ਕੇ ਇੱਥੋਂ ਜਾਣ ਦੀ ਕੋਸ਼ਿਸ਼ ਕਰਦੇ ਹਾਂ, ਉਹਨਾਂ ਨੂੰ ਅਸੀਂ ਐਂਟਰਟੇਨ ਨਹੀਂ ਕਰਦੇ। ਸੋ ਕਿਸਾਨ ਜਿਹੜੇ ਹੈ, ਕਿਉਂਕਿ ਕਿਸਾਨਾਂ ਦੇ ਵਿੱਚ ਵੀ ਇਸ ਚੀਜ਼ ਦੀ ਬਹੁਤ ਕਲੈਰਿਟੀ ਹੈ ਕਿ ਸਾਡੇ ਇਸ ਸੰਘਰਸ਼ ਦੇ ਦੌਰਾਨ ਕੁਝ ਤਾਕਤਾਂ ਹੋ ਸਕਦਾ ਹੈ ਉਹ ਇਹੋ ਜਿਹੀਆਂ ਗੱਲਾਂ ਬਾਤਾਂ ਕਰਨ ਕਿ ਸਾਡਾ ਜਿਹੜਾ ਏਜੰਡਾ ਹੈ ਉਸ ਤੋਂ ਧਿਆਨ ਹਟ ਜਾਏ, ਕੋਈ ਨਵੀਂ ਗੱਲ ਹੋ ਜਾਏ।
ਤਾਂ ਇਹ ਸਨ ਪ੍ਰੋਫੈਸਰ PS ਭੋਗਲ ਸਾਹਿਬ, ਜਿਨ੍ਹਾਂ ਦੇ ਵੱਲੋਂ ਪੰਜਾਬ ਅਤੇ ਭਾਰਤ ਦੇ ਪੱਖ ਦੇ ਮੁੱਦਿਆਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਨੇ। ਉਮੀਦ ਕਰਦੇ ਹਾਂ ਕਿ ਭੋਗਲ ਸਾਹਿਬ ਦੇ ਇਹ ਵਿਚਾਰ ਤੁਹਾਨੂੰ ਚੰਗੇ ਲੱਗਣਗੇ। ਤੁਹਾਨੂੰ ਇਹ ਗੱਲਬਾਤ ਸਾਡੀ ਭੋਗਲ ਸਾਹਿਬ ਦੇ ਨਾਲ ਜਿਹੜੀ ਕੀਤੀ ਗਈ ਕਿਹੋ ਜਿਹੀ ਲੱਗੀ, ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੀ ਫੀਡਬੈਕ ਦੇ ਸਕਦੇ ਹੋ। ਕੈਮਰਾਮੈਨ ਗੁਰਦੀਪ ਦੇ ਨਾਲ ਸੁਖਵਿੰਦਰ ਸਿੱਧੂ, ਰੋਜ਼ਾਨਾ ਲੋਕਨਾਥ TV, ਲੁਧਿਆਣਾ।